MSP ਦੇ ਮਸਲੇ ਤੇ ਕਿਸਾਨ ਆਗੂਆਂ ਵਿਚਾਲੇ ਮਤਭੇਦ ਨਜ਼ਰ ਆ ਰਿਹਾ। ਦਰਅਸਲ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਦਾ ਦਾਅਵਾ ਹੈ ਕਿ ਸਾਡੇ ਸਾਥੀਆਂ ਨੇ ਸਰਕਾਰ ਨੂੰ 25-30 ਖੇਤੀ ਜਿਣਸ ਦਾ ਖਰੀਦਣ ਲਈ ਕਿਹਾ ਹੈ। ਸਾਡੀ ਸਾਰੀ ਫਸਲ MSP ਗਰੰਟੀ ਦੇ ਉੱਤੇ ਖਰੀਦੇ ਸਰਕਾਰ। ਸਿਰਫ 25-30 ਖੇਤੀ ਜਿਣਸ ਤੇ MSP ਦਾ ਅਸੀਂ ਵਿਰੋਧ ਕਰਾਂਗੇ। ਖਨੌਰੀ ਤੇ ਸ਼ੰਭੂ ਮੋਰਚੇ ਦਾ MSP ਫਾਰਮੂਲਾ SKM ਰਾਜਨੀਤਿਕ ਨੂੰ ਮਨਜ਼ੂਰ ਹੁੰਦਾ ਨਹੀਂ ਨਜ਼ਰ ਆ ਰਿਹਾ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਕਿਸਾਨ ਇਸ ਗੱਲ ਤੇ ਸਹਿਮਤ ਨਹੀਂ ਨੇ ਕਿ ਸਰਕਾਰ ਫਸਲ ਦੇ ਟੀਚੇ ਦਾ ਚੌਥਾ ਹਿੱਸਾ MSP ਦੇ ਉੱਤੇ ਖਰੀਦੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਐਸਾ ਕੁਝ ਕੀਤਾ ਤਾਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਏਗਾ। ਕਿਸਾਨ ਆਗੂ ਨੇ ਵੀ ਕਿਹਾ ਕਿ ਪੰਜਾਬ ਖੇਤੀ ਸੰਕਟ ਦੇ ਬਹੁਤ ਸਾਰੇ ਕਾਰਨ ਨੇ, ਜਿਨ੍ਹਾਂ ਦੇ ਵਿੱਚ ਆਰਥਿਕ, ਸਮਾਜਿਕ ਤੇ ਧਾਰਮਿਕ ਕਾਰਨ ਵੀ ਨੇ, ਪਰ ਸਭ ਤੋਂ ਵੱਡਾ ਕਾਰਨ ਸਰਕਾਰ ਦੀਆਂ ਨੀਤੀਆਂ ਨੇ। ਉਹਨੇ ਇਹ ਵੀ ਦੱਸਿਆ ਕਿ ਜਣਸਾਂ ਦੇ ਭਾਅ ਮਿੱਥਣ ਵੇਲੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਦਾ ਅਧਿਕਾਰ ਖੇਤਰ ਹੀ ਕਿਸਾਨ ਵਿਰੋਧੀ ਹੈ। ਜਦੋਂ ਤੱਕ ਇਸ ਨੂੰ ਦਰੁਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨਾਂ ਨੂੰ ਸਹੀ ਭਾਅ ਨਹੀਂ ਮਿਲ ਸਕਦਾ। ਇਸ ਗੱਲ ਦੀਆਂ ਕਨਸੋਈਆਂ ਮਿਲ ਰਹੀਆਂ ਨੇ ਕਿ ਕੁਝ ਅੰਦੋਲਨਕਾਰੀ ਕਿਸਾਨ ਆਗੂ ਸਰਕਾਰ ਨੂੰ ਕਹਿ ਰਹੇ ਨੇ ਕਿ ਜੇ ਖੇਤੀ ਜਿਣਸ ਦਾ 25-30% ਹਿੱਸਾ ਖਰੀਦ ਲਿਆ ਜਾਏ ਤੇ ਇਸ ਲਈ MSP ਦੀ ਗਰੰਟੀ ਦਾ ਕਾਨੂੰਨ ਬਣਾ ਦਿੱਤਾ ਜਾਏ ਤਾਂ ਕਿਸਾਨਾਂ ਦੇ ਲਈ ਲਾਹੇਵੰਦ ਹੋਏਗਾ। ਦੂਸਰੇ ਪਾਸੇ SKM ਰਾਜਨੀਤਿਕ ਦੇ ਆਗੂ ਇਸ ਦੇ ਨਾਲ ਸਹਿਮਤ ਨਹੀਂ ਨਜ਼ਰ ਆ ਰਹੇ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਐਸਾ ਮਨਜ਼ੂਰ ਨਹੀਂ ਹੈ, ਕਿਸਾਨਾਂ ਦੀ ਸਾਰੀ ਫਸਲ MSP ਦੇ ਉੱਤੇ ਖਰੀਦੀ ਜਾਏ। ਉਹਨਾਂ ਇਹ ਕਿਹਾ ਕਿ ਅਸਲੀਅਤ ਦੇ ਵਿੱਚ ਪੰਜਾਬ 'ਚ 135 ਲੱਖ ਕਣਕ ਦੀ ਪੈਦਾਵਾਰ ਹੁੰਦੀ ਹੈ ਤੇ ਐਸੇ 'ਚ ਜੇਕਰ ਇਸ ਵਿੱਚੋਂ ਸਿਰਫ 35 ਲੱਖ ਟਨ ਕਣਕ MSP ਤੇ ਖਰੀਦ ਲਈ ਜਾਏ ਤਾਂ 100 ਲੱਖ ਟਨ ਕਣਕ ਕੌਣ ਖਰੀਦੇਗਾ? ਕੀ ਕੁਝ ਕਿਹਾ ਗਿਆ ਹੈ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਸੁਣਦੇ ਆ। MSP ਦੀ ਲੜਾਈ ਵਿੱਚ ਅੱਜ ਇੱਕ ਨਵੀਂ ਗੱਲ ਕੱਲ ਇੱਕ ਮੇਰੇ ਸਾਹਮਣੇ ਕੋਈ ਡਾਕੂਮੈਂਟ ਆਇਆ ਜਿਹੜਾ ਸਾਡੇ ਉਹਨਾਂ ਸਾਥੀਆਂ ਨੇ ਭਾਰਤ ਸਰਕਾਰ ਨੂੰ ਪੇਸ਼ ਕੀਤਾ। ਉਹਦਾ ਮੈਂ ਅੱਜ ਮੇਰਾ ਮੀਡੀਆ 'ਚ ਬਿਆਨ ਵਿਰੋਧ ਕੀਤਾ ਕਿ ਜੇ ਇਸ ਤਰ੍ਹਾਂ ਕਰੋਗੇ, ਜੇ ਇੱਦਾਂ ਦਾ ਸਰਕਾਰ ਕੋਈ ਸਮਝੌਤਾ ਕਰੇਗੀ ਤਾਂ ਅਸੀਂ ਇਹ ਤੋਂ ਵੀ ਵੱਡਾ ਅੰਦੋਲਨ ਕਰਾਂਗੇ। ਉਹਨਾਂ ਨੇ ਕਿਹਾ ਪਿਛਲੀ ਮੀਟਿੰਗ 'ਚ ਆਰਗੂਮੈਂਟਸ, ਭਾਈ ਜੀ ਪਤਾ ਨਹੀਂ ਕੋਈ, ਮੈਂ ਇਕਨੋਮਿਕਸ ਦਾ ਤਾਂ ਸਟੂਡੈਂਟ ਨਹੀਂ, ਮੈਨੂੰ ਨਹੀਂ ਸਮਝ ਕੋਈ ਹੈ ਐਸੀ ਕੋਈ ਥਿਊਰੀ ਹੈ। ਉਹਨੇ ਕਿਹਾ ਵੀ ਕੋਈ ਇਕਨੋਮਿਕ ਥਿਊਰੀ ਹੈ ਵੀ ਜੇ 25 ਜਾਂ 30% ਮਾਰਕੀਟ ਤੋਂ ਤੁਸੀਂ ਮਾਲ ਕੋਈ ਖਰੀਦ ਲਓ ਤਾਂ ਬਾਕੀ ਦਿਆਂ ਦੀ ਕੀਮਤਾਂ ਇੰਨੀਆਂ ਚੜ੍ਹ ਜਾਂਦੀਆਂ, ਕੋਈ ਲੋੜ ਹੀ ਨਹੀਂ, ਸਾਨੂੰ ਇੰਨੀ ਕੁ ਸਰਕਾਰ ਖਰੀਦ ਕਰ ਲਵੇ ਅਤੇ ਬਾਕੀ ਦੀ ਤੇ ਸਾਨੂੰ MSP ਦੀ ਕਾਨੂੰਨੀ ਗਰੰਟੀ ਦਾ ਕਾਨੂੰਨ ਬਣਾ ਦੇ। ਤਾਂ ਮੇਰਾ ਸਵਾਲ ਹੈ ਵੀ ਅਸੀਂ 135 ਲੱਖ ਟਨ ਕਣਕ ਹਰ ਸਾਲ ਕੇਂਦਰੀ ਅੰਨ ਭੰਡਾਰ 'ਚ ਦਿੰਦੇ ਹਾਂ। ਜੇ 35 ਲੱਖ ਉਹਨਾਂ ਨੇ ਖਰੀਦ ਲਿਆ, 100 ਲੱਖ ਛੱਡਦੀ ਐਡੀ ਸਰਪਲਸ ਮਾਰਕੀਟ 'ਚ, ਕਿੱਥੇ ਜਾਏਗਾ? ਸਾਡੇ ਨਾਲ ਕਿਸਾਨ ਆਗੂ ਮਨਜੀਤ ਰਾਏ ਜੁੜੇ ਹੋਏ ਨੇ। ਰਾਏ ਸਾਹਿਬ, ਪਹਿਲਾਂ ਤਾਂ ਸਵਾਗਤ ਹੈ ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ ਤੇ। ਜੀ ਆਪ ਜੀ ਦਾ ਧੰਨਵਾਦ ਹੈ ਜੀ, ਬਹੁਤ ਬਹੁਤ ਡੇਲੀ ਪੋਸਟ ਪੰਜਾਬ ਦਾ ਜੀ। ਮਨਜੀਤ ਜੀ, ਬਲਬੀਰ ਰਾਜੇਵਾਲ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ 25-30% ਹੀ ਕਣਕ ਜਾਂ ਫਿਰ ਕੋਈ ਹੋਰ ਫਸਲ MSP ਤੇ ਖਰੀਦੀ ਜਾਂਦੀ ਹੈ ਤਾਂ ਰਹਿੰਦੀ ਫਸਲ ਦਾ ਫਿਰ ਕੀ ਹੋਏਗਾ? ਪੂਰੀ MSP ਦੀ ਗੱਲ ਹੋਣੀ ਚਾਹੀਦੀ ਹੈ ਤੇ ਜੇਕਰ ਕਿਸਾਨ ਆਗੂਆਂ ਦੇ ਵੱਲੋਂ ਐਸਾ ਕਰਿਆ ਜਾਂਦਾ ਹੈ ਤਾਂ ਉਹ ਇਸ ਦੇ ਨਾਲ ਖੜੇ ਨਹੀਂ ਹੋਣਗੇ। ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਰਾਜੇਵਾਲ ਸਾਹਿਬ ਬੜੇ ਸਿਆਣੇ ਲੀਡਰ ਨੇ, ਪਰ ਉਹਨਾਂ ਨੂੰ ਇਦਾਂ ਦੇ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਹੜੇ ਕਿ ਕੋਈ ਆਧਾਰ ਹੋਵੇ, ਕਿਸੇ ਕੋਈ ਤੱਥ ਹੋਣ ਤਾਂ ਫੇਰ ਕਰਨੀ ਚਾਹੀਦੀ ਆ। ਜੋ ਮੈਨੂੰ ਪਤਾ ਲੱਗਿਆ ਉਹ ਕਹਿ ਰਹੇ ਨੇ ਕੋਈ ਦਸਤਾਵੇਜ਼ ਨੇ, ਉਹ ਕੋਈ ਦਸਤਾਵੇਜ਼ ਪੇਸ਼ ਕਰਨ। ਉੱਥੇ ਮੁੱਖ ਬੁਲਾਰਿਆਂ ਦੇ ਵਿੱਚ ਅਸੀਂ ਰਹੇ ਹਾਂ, ਡੱਲੇਵਾਲ ਸਾਹਿਬ, ਕਾਕਾ ਸਿੰਘ ਕੋਟੜਾ, ਮੰਨਿਓ ਕੁਹਾੜ, ਪੰਧੇਰ ਸਾਹਿਬ ਔਰ ਮੈਂ, ਤੇ ਸਾਡੇ ਚੋਂ ਇੱਕ ਵੀ ਸ਼ਖਸ ਨੇ ਨਹੀਂ ਕਦੇ ਇਹ ਗੱਲ ਆਖੀ ਤੇ 25%, 30%, 50%, ਅਸੀਂ 100% ਦੀ ਮੰਗ ਕਰ ਰਹੇ ਹਾਂ। ਨਾ ਕੋਈ ਗੱਲ ਆਈ ਆ। ਰਾਜੇ ਸਾਹਿਬ ਨੂੰ ਕੌਣ ਦੱਸ ਰਿਹਾ? ਕੋਈ ਸਰਕਾਰੀ ਬੰਦਾ ਦੱਸ ਰਿਹਾ? ਕੌਣ ਦੱਸ ਰਿਹਾ? ਇਹ ਸਾਨੂੰ ਰਾਜੇਵਾਲ ਸਾਹਿਬ ਦੱਸਣ ਪਹਿਲਾਂ ਵੀ ਉਹਨਾਂ ਨੂੰ ਕੌਣ ਕਹਿ ਰਿਹਾ। ਅੰਦਰਲੀਆਂ ਗੱਲਾਂ ਜਿਹੜੀਆਂ ਰਾਜੇਵਾਲ ਸਾਹਿਬ ਕਰ ਰਹੇ ਨੇ ਤੇ ਸਰਕਾਰ ਦੀ ਗੱਲ ਰਾਜੇਵਾਲ ਸਾਹਿਬ ਕੋਲ ਕਿਵੇਂ ਜਾ ਰਹੀ ਹੈ ਭਾਈ, ਉਹ ਕਿਵੇਂ ਇਹ ਗੱਲ ਬਣਾ ਰਹੇ ਨੇ? ਇਹ ਲੋਕਾਂ ਨੂੰ ਗੁੰਮਰਾਹ ਕਰਨਾ ਛੱਡਣ, ਸਿਆਣੇ ਲੀਡਰ ਨੇ। ਤੱਥਾਂ ਦੇ ਆਧਾਰ ਤੇ ਕੋਈ ਗੱਲ ਹੈ ਤਾਂ ਸਾਨੂੰ ਦੱਸਣ। ਉਹ ਕਹਿੰਦੇ ਦਸਤਾਵੇਜ਼, ਇੱਕ ਦਸਤਾਵੇਜ਼ ਪੇਸ਼ ਕਰ ਦੇਣ। ਜੇ ਨਹੀਂ ਹੈਗੇ ਦਸਤਾਵੇਜ਼ ਫਿਰ ਮਾਫੀ ਮੰਗਣ ਇਸ ਬਿਆਨ ਤੇ ਅਸੀਂ ਇਹ ਬਿਆਨ ਜਿਹੜਾ ਗਲਤ ਦਿੱਤਾ, ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਦਿੱਤਾ, ਤੇ ਇਹਦੀ ਮਾਫੀ ਮੰਗਣ ਰਾਜੇਵਾਲ ਸਾਹਿਬ। ਬਿਲਕੁਲ ਮੈਂ ਕਹੂੰਗਾ ਇਹਦਾ ਕੋਈ ਆਧਾਰ ਨਹੀਂ ਇਸ ਬਿਆਨ ਦਾ।
ਠੀਕ ਹੈ। ਬਿਲਕੁਲ ਰਾਜੇਵਾਲ ਸਾਹਿਬ ਬਿਨਾਂ ਆਧਾਰ ਤੋਂ ਗੱਲ ਕਰੀ ਜਾ ਰਹੇ ਨੇ। ਰਾਏ ਸਾਹਿਬ ਮੈਂ ਤੁਹਾਨੂੰ ਰੋਕਣਾ ਚਾਹਾਂਗਾ, ਸਾਡੇ ਨਾਲ ਅਭਿਮਨਿਊ ਕੋਹਾੜ ਵੀ ਜੁੜ ਚੁੱਕੇ ਨੇ। ਕੋਹਾੜ ਸਾਹਿਬ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ। ਬਹੁਤ ਬਹੁਤ ਧੰਨਵਾਦ ਜੀ। ਬਲਬੀਰ ਸਿੰਘ ਰਾਜੇਵਾਲ ਦੇ ਬਿਆਨ ਬਾਰੇ ਤੁਸੀਂ ਸੁਣਿਆ ਹੋਣਾ, ਕਿਹਾ ਗਿਆ ਹੈ ਕਿ 25-30% ਜੇਕਰ ਕੋਈ ਵੀ ਫਸਲ MSP ਤੇ ਖਰੀਦੀ ਜਾਏ ਮਨਜ਼ੂਰ ਨਹੀਂ ਹੈ। ਹਾਲਾਂਕਿ ਦਾਵਾ ਕਿਸ ਆਧਾਰ ਦੇ ਉੱਤੇ ਕੀਤਾ ਗਿਆ, ਇਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ, ਤੁਸੀਂ ਕੀ ਕਹਿਣਾ ਚਾਹੋਗੇ? देखिए, सबसे हैरानी की बात तो ये है कि जो लोग मीटिंग में मौजूद नहीं थे वो दावा कर रहे हैं, क्या बात हुई क्या बात नहीं हुई, और दावा भी गलत कर रहे हैं। जैसे मनजीत राय जी ने भी कहा कि उनको कौन गलत इंफॉर्मेशन दे रहा है, कौन उनको गलत इंफॉर्मेशन फीड कर रहा है, ये एक बड़ा सवाल है। एक बात, हमारी डिमांड, और मनजीत राय जी भी लगातार मीटिंगों में मौजूद रहे हैं, मैं भी मीटिंगों में मौजूद रहा हूँ। हमारी डिमांड बिल्कुल क्लियर है, हमारी डिमांड बिल्कुल स्पष्ट है। देश के सभी किसानों की 23 फसलों की 100% खरीद MSP के ऊपर होनी चाहिए। सरकार खरीदे, व्यापारी खरीदे, कोई भी खरीदे, वो MSP से नीचे नहीं बिकना चाहिए। अगर कोई भी व्यक्ति, कोई भी प्रोक्योरमेंट एजेंसी अगर MSP से नीचे खरीदती है तो उसके ऊपर कानूनी कार्रवाई होनी चाहिए। ये कानून मांग कर रहे हैं, इस कानून की हम लड़ाई लड़ रहे हैं। तो हमारा बिल्कुल स्पष्ट मानना है। एक बात। दूसरी बात, जो हमारी बातचीत भी हुई, देखिए ये किस तरीके से कुछ लोग मिस इंटरप्रिटेशन करते हैं। एक कोई हरियाणा के लीडर हैं, उन्होंने अपने पदाधिकारी को मुझे कहा, मुझसे फोन करने के लिए और कोई मुद्दा समझने के लिए कहा। उन्होंने कहा कि भाई ऐसे कुछ कोई बात हुई है क्या कि भाई 25% खरीद लो, 30% खरीद लो। हमने बिल्कुल स्पष्ट किया, ऐसी हमारी कोई मांग नहीं है, ना ही हमारी ऐसी कोई मांग हुई, ये स्पष्ट कर दिया ये बिल्कुल। और उसमें 8 बार ये कहा बातचीत में कि भाई हमारी डिमांड क्लियर है, देश के सभी किसानों की 23 फसलों की 100% खरीद MSP के ऊपर होनी चाहिए। सरकार खरीदे, व्यापारी खरीदे, कोई भी खरीदे। तो अब उन्होंने क्या किया है, उस जो हरियाणा वाले जो व्यक्ति थे उन्होंने कहा, उन्होंने क्या किया, वो 13.5 मिनट की ऑडियो क्लिप में से बीच में से काट पीट के जहां वो समझने का चीजों को प्रयास कर रहे हैं, उसको गलत तरीके से प्रेजेंटेशन करी। मुझे लगता है जो काम राजनीतिक पार्टियों के वर्कर करते थे पहले, जो गलत काम, अब वो अगर ऐसे लोग, ये सामाजिक लोग भी अगर इस तरीके के काम करने लग गए हैं तो ये वाकई में बहुत ही गलत चीज है, बहुत ही गलत बात है। और देखिए, एक मैं नॉर्मल आपको बात कह रहा हूँ, जो भी चर्चा आती है, आर्ग्यूमेंट आता है, राय साहब बैठे हैं, कई बार क्या हो जाता है, डिबेट में अक्सर ये बात आती है, कई सरकारी दरबारी और शास्त्री भी कहते हैं कि जी ऐसे तो 17 लाख करोड़ का खर्चा हो जाएगा, अगर MSP गारंटी कानून बन गया तो ये हो जाएगा, व्यापारी फिर कहाँ जाएंगे, फिर तो सारा सरकार को खरीदना पड़ेगा, फिर मार्केट डिस्टॉर्ट हो जाएगा, ये हो जाएगा, वो हो जाएगा। उस पर हम एक बात कहते हैं हमेशा कि भाई सरकार 100% खरीद का MSP गारंटी कानून बनाए, ठीक है, कोई मार्केट डिस्टॉर्ट नहीं होगा, कोई 17 लाख करोड़ का खर्चा नहीं आएगा। उदाहरण के तौर पे सरकार को तो गारंटर बनना है ना कि भाई हम एक भी दाना MSP से नीचे नहीं बिकने देंगे भारत के अंदर, ये कानून बन जाएगा। ये उसका ये अर्थ बिल्कुल भी नहीं है कि वो कानून बन गया तो 100% सरकार को ही खरीदना पड़ेगा। मैं उदाहरण देता हूँ आपको, आप नरमा की खरीद के मामले में देख लीजिए, जब नरमा MSP से नीचे जाता है और CCI गारंटर के तौर पर आ जाती है सरकार की तरफ से, भाई हम CCI वाले खड़े, हम MSP के ऊपर खरीदेंगे, भाई नीचे नहीं जाने देंगे, तो नॉर्मली मार्केट में रेट बढ़ता है। ऐसे ही नेफिड है, जम्मू कश्मीर में सेब के मामलों में नेफिड चला गया। जब नेफिड है, यानी जब सरकार की एजेंसी गारंटर बनती है कि भाई इस रेट से नीचे हम नहीं बिकने देंगे, तो नॉर्मली मार्केट में जो रेट है वो बढ़ता है। इसके अलावा आप एक चीज और देखिए, जो कुछ लोग ये कहते हैं कि भाई एक, और ये नॉर्मल एक, हमने कोई डिमांड नहीं करी, मैंने जैसे पहले क्लियर किया, ना कोई 25% की डिमांड, ना 30% की डिमांड, ना 50% की डिमांड, ना कोई 60% की डिमांड। हमारी डिमांड क्लियर है कि भाई 100 की 100% खरीद MSP पे होनी चाहिए। एक बात मैं आपको और बताऊं इसमें, एक ये एक नॉर्मल सा एक रूल होता है, कोई हार्ड एंड फास्ट रूल नहीं है, कि नॉर्मल सा रूल होता है कि जो बल्क, जब MSP गारंटी हो जाएगी तो जो एक बल्क प्रोक्यूरर होता है, बाकी मार्केट भी उस बल्क प्रोक्यूरर जिस रेट में खरीदता है उसके आसपास, उसके इर्द गिर्द ही रहता है, कि नॉर्मल सा कंसेप्ट होता है। ये चीज सिर्फ उस बात को काउंटर करने के लिए होती है कि जो लोग ये कहते हैं ना भाई 17 लाख करोड़ का खर्चा आ जाएगा, फिर तो सारा सरकार को खरीदना पड़ेगा, और जो लोग कहते हैं भाई व्यापारी घर बैठ जाएंगे। मुझे एक बात बताइए, RBI की महंगाई पे रिपोर्ट कहती है, और राय साहब बैठे हैं, ये चीज हमने 14 तारीख वाली मीटिंग में रखी है RBI की रिपोर्ट, कि भाई RBI की रिपोर्ट कहती है कि जो एग्रीकल्चर प्रोड्यूस है, जो उसका फाइनल रिटेल प्राइस है दुकान के अंदर, उसका 30% से भी कम किसान को मिलता है, बाकी 70% बिचौलिए
लिए जाते हैं। उदाहरण के तौर पे मान लीजिए कोई एग्रीकल्चर प्रोड्यूस 100 रुपए का बिका, तो जो किसान जो पैदा करने वाला है, जो प्रोड्यूसर है, उसको 30 रुपए से भी कम मिलेगा, और जो बिचौलिए हैं, जो व्यापारी हैं, वो 70 रुपए ले जाते हैं। हम ये कह रहे हैं भाई आप एमएसपी गारंटी कानून बनाइए। हो सकता है उस व्यापारी को जो आज 70% बिचौलिए कमा रहे हैं उसका 40% रह जाए, उसकी कमाई उसकी 20% रह जाए, उसकी 30% रह जाए, लेकिन किसान को तो पूरा मिले ना। और जब उसकी कमाई कम हो जाएगी व्यापारी की, उसका ये मतलब थोड़ी है कि वो अपनी 5 करोड़ 7 करोड़ 10 करोड़ की इन्वेस्टमेंट लगाया हुआ अपना प्रोसेसिंग प्लांट बंद करके चला जाएगा। इतना ही तो होगा, उसका मुनाफा 70% से घट के बिचौलियों का मुनाफा 20% आ जाएगा, 30% आ जाएगा, 25% आ जाएगा। लेकिन जो प्रोड्यूसर है, जो 6 महीने मेहनत करता है, उसको तो एमएसपी मिलना चाहिए उसको तो ये सारी चीजें हुई। अब कोई व्यक्ति उसमें से उसको ऑडियो को आगे की काट दे, पीछे की काट दे, बीच में से कट कॉपी पेस्ट करके अगर कोई ऐसे प्रेजेंट करे, तो मुझे लगता है ये बहुत निंदनीय काम है। और हम बड़ी दावे के साथ कहते हैं, हमने सरकार के सामने कोई डिमांड नहीं करी कि इतने % खरीद लो, इतने % खरीद लो, या इतने % मत खरीदो, कोई डिमांड नहीं करी। मैं पूरी कर लूं बात, एक बार लास्ट लाइन रहती है। और अगर जो ये कहते हैं ना भाई दस्तावेज कोई प्रेजेंट किया है, मीटिंग की मिनट्स निकलवा लो, मीटिंग की मिनट्स निकलवा लो ना, पता लग जाएगा कोई दस्तावेज प्रेजेंट किया है नहीं किया, दूध का दूध पानी का पानी हो जाएगा। ऐसी किसी तरीके की कोई बात नहीं है, ना किसी को भ्रमित होना चाहिए, ना दूसरों को भ्रमित करना चाहिए। ठीक है ਰਾਏ ਸਾਹਿਬ, ਹੁਣ ਮੈਂ ਤੁਹਾਡੇ ਕੋਲ ਆ ਰਿਹਾ। ਸਵਾਲ ਇਹ ਹੈ ਕਿ ਏਕਤਾ ਦੀਆਂ ਗੱਲਾਂ ਚੱਲ ਰਹੀਆਂ ਸੀ, ਕਈ ਮੀਟਿੰਗਾਂ ਵੀ ਹੋਈਆਂ, ਗੱਲਬਾਤ ਬੈਠ ਕੇ ਹੁੰਦੀ ਸੀ, ਤੇ ਉਦੋਂ ਬਾਅਦ ਜਦ ਮੀਡੀਆ ਦੇ ਲੋਕ ਵੀ ਪੁੱਛਦੇ ਸੀ ਆਖਰਕਾਰ ਕੀ ਗੱਲਬਾਤ ਹੋਈ, ਤਾਂ ਇਹੀ ਕਿਹਾ ਜਾਂਦਾ ਸੀ ਕਿ ਅਜੇ ਗੱਲ ਚੱਲ ਰਹੀ ਹੈ, ਏਕੇ ਨੂੰ ਲੈ ਕੇ ਗੱਲ ਚੱਲ ਰਹੀ ਹੈ। ਫਿਰ ਕਿਉਂ ਇਹ ਨੌਬਤ ਆ ਗਈ ਕਿ ਹੁਣ ਮੀਡੀਆ 'ਚ ਆ ਕੇ ਬਿਆਨ ਦੇਣੇ ਪੈ ਰਹੇ ਨੇ, ਤੇ ਬਿਆਨ ਵੀ ਨਹੀਂ, ਇਲਜ਼ਾਮ ਲਗਾਏ ਜਾ ਰਹੇ ਨੇ ਆਪਣੇ ਹੀ ਸਾਥੀਆਂ ਦੇ ਉੱਤੇ? ਕੀ ਸੋਚਦੇ ਹੋ ਇਸ ਦੇ ਬਾਰੇ? ਮੈਂ ਕਹਾਂ ਜੀ 27 ਤਰੀਕ ਦੀ ਤਾਂ ਮੀਟਿੰਗ ਰੱਖੀ ਹੋਈ ਹੈ ਐਸਕੇਐਮ ਦੇ ਨਾਲ ਏਕਤਾ ਵਾਸਤੇ ਜੀ, ਔਰ ਦੋਨੇ ਫੋਰਮਾਂ ਨੇ ਜਾਣਾ ਉਹਦੇ ਵਿੱਚ, ਮੀਟਿੰਗ ਦੇ ਵਿੱਚ ਸਾਡੀ ਸਲਾਹ ਹੋਈ ਹੈ। ਪਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨਾ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਇਹਦੇ ਪਿੱਛੇ ਕੀ ਗੱਲ ਹੈ। ਇਹ ਤਾਂ ਹੁਣ ਰਾਜੇਵਾਲ ਸਾਹਿਬ ਦੱਸਣਗੇ ਵੀ ਉਹਨਾਂ ਦੀ ਕੀ ਮਨਸ਼ਾ ਇਹਦੇ ਪਿੱਛੇ ਇਦਾਂ ਦੀ ਬਿਆਨਬਾਜ਼ੀ ਕਰਨ ਦੇ ਵਿੱਚ, ਕਿਉਂਕਿ ਆਪਾਂ ਤਾਂ ਏਕੇ ਵੱਲ ਨੂੰ ਵੱਧ ਰਹੇ ਹਾਂ। ਏਕਾ ਹੋਣਾ ਚਾਹੀਦਾ ਪੂਰੇ ਪੰਜਾਬ ਦੇ ਵਿੱਚ, ਨਹੀਂ ਪੂਰੇ ਦੇਸ਼ ਦੇ ਵਿੱਚ ਏਕਾ ਹੋਣਾ ਚਾਹੀਦਾ ਕਿਸਾਨਾਂ ਦਾ। ਤੇ ਜੇ ਇਦਾਂ ਦੀ ਬਿਆਨਬਾਜ਼ੀ ਕਰਦੇ ਨੇ, ਇਦਾਂ ਦੀ ਕੜਤਨ ਪੈਦਾ ਕਰਦੇ ਨੇ, ਕਿਉਂ ਕਰਦੇ ਨੇ, ਇਹਦੇ ਮਗਰ ਉਹਨਾਂ ਦੀ ਕੀ ਭਾਵਨਾ ਹੈ, ਤਾਂ ਹੁਣ ਰਾਜੇਵਾਲ ਸਾਹਿਬ ਦੱਸਣਗੇ। ਪਰ ਮੈਂ ਬੇਨਤੀ ਕਰਾਂ ਵੀ ਬਿਨਾਂ ਤੱਥਾਂ ਤੋਂ ਐਡੇ ਵੱਡੇ ਲੀਡਰ ਨੂੰ, ਸੂਝਵਾਨ ਲੀਡਰ ਨੂੰ ਨਹੀਂ ਗਲਤ ਬੋਲਣਾ ਚਾਹੀਦਾ, ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਨਹੀਂ ਕਰਨਾ ਚਾਹੀਦਾ। ਸੋ ਇਹ ਬਿਲਕੁਲ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਨੇ। ਨਾ ਕੋਈ ਦਸਤਾਵੇਜ਼ ਦਿੱਤਾ, ਨਾ ਮੀਟਿੰਗ 'ਚ ਕਿਸੇ ਨੇ ਕਿਹਾ ਕਿ ਤੁਸੀਂ 25% 30% ਦੇ ਦਿਓ। ਜੇ ਜਿਵੇਂ ਮਨੂ ਕੁਮਾਰ ਜੀ ਨੇ ਕਿਹਾ, ਜੇਕਰ ਕਿਸੇ ਨੇ ਕਿਹਾ ਵੀ ਹੋਵੇ ਤਾਂ ਉਹਦੇ ਮਿੰਟਸ ਰਿਕਾਰਡ ਹੁੰਦੇ ਆ, ਉੱਥੇ ਮੀਟਿੰਗ 'ਚ ਬਹਿ ਕੇ ਆਫੀਸਰ ਸਾਰੇ ਕਰਦੇ ਆ, ਤੇ ਉਹ ਮਿੰਟਸ ਲੈ ਆਉਣ ਵੀ ਕਿਸੇ ਨੇ ਕਿਹਾ ਉੱਥੇ, ਕਿਸੇ ਨੇ ਵੀ, ਕਿਸੇ ਆਗੂ ਨੇ ਵੀ, 28 ਦੇ ਵਿੱਚੋਂ ਕਿਸੇ ਨੇ ਵੀ ਨਹੀਂ ਕਿਹਾ। ਤੇ ਫਿਰ ਭਾਈ ਤੁਸੀਂ ਇਹ ਦੇਖੋ ਵੀ 28 ਮੀਟਿੰਗ 'ਚ ਜਾਂਦੇ ਨਾ ਅਸੀਂ, ਤੇ ਜੇ 28 ਦੇ 28 'ਚੋਂ ਇੱਕ ਵੀ ਆਗੂ ਇਹ ਗੱਲ ਨਹੀਂ ਕਹਿੰਦਾ, ਤੇ ਫਿਰ ਰਾਜੇਵਾਲ ਸਾਹਿਬ ਕਿਉਂ ਕਹਿ ਰਹੇ ਆ, ਕਿਹਦੇ ਆਧਾਰ ਤੇ ਕਹਿ ਰਹੇ ਆ? ਜਾਂ ਫਿਰ ਉਹਨਾਂ ਨੂੰ ਕੋਈ ਅਫਸਰ ਗੁੰਮਰਾਹ ਕਰ ਰਿਹਾ, ਤੇ ਕਿਉਂ ਕਰ ਰਿਹਾ? ਜੇ ਅਫਸਰ ਦੇ ਗੁੰਮਰਾਹ ਕਰਨ ਤੇ ਉਹ ਬੋਲਦੇ ਆ ਤਾਂ ਫਿਰ ਕਿਉਂ ਬੋਲਦੇ ਆ? ਇਹਦਾ ਜਵਾਬ ਰਾਜੇਵਾਲ ਸਾਹਿਬ ਦੇਣ, ਸਪਸ਼ਟ ਕਰਨ ਕਿ ਇਹ ਨਹੀਂ, ਜੇ ਇਹ ਗੱਲ ਬਿਲਕੁਲ ਗਲਤ ਹੈ, ਝੂਠ ਹੈ, ਸਾਬਤ ਹੁੰਦੀ ਆ, ਤੇ ਫਿਰ ਮਾਫੀ ਮੰਗਣ ਪੂਰੇ ਦੇਸ਼ ਦੇ ਕਿਸਾਨਾਂ ਕੋਲੋਂ ਕਿ ਮੈਂ ਝੂਠ ਦੇ ਆਧਾਰ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਜੀ ਠੀਕ ਹੈ ਕੋਹਾੜ ਸਾਹਿਬ, ਹੁਣ ਸਵਾਲ ਤੁਹਾਡੇ ਲਈ ਹੈ। ਅਸੀਂ ਜਦ ਐਸਕੇਐਮ ਦੀ ਗੱਲ ਕਰਦੇ ਹਾਂ ਤਾਂ ਪਹਿਲਾ ਸ਼ਬਦ ਸੰਯੁਕਤ ਹੈ, ਭਾਵੇਂ ਰਾਜਨੀਤਿਕ ਹੋਵੇ ਜਾਂ ਫਿਰ ਗੈਰ ਰਾਜਨੀਤਿਕ, ਪਰ ਸਮੇਂ ਤੇ ਵਖਰੇਵੇ ਨਜ਼ਰ ਆਉਂਦੇ ਰਹਿੰਦੇ ਨੇ। ਹੁਣ ਅੱਗੇ ਤਿਆਰੀ ਹੋ ਰਹੀ ਹੈ ਦਿੱਲੀ ਕੂਚ ਦੀ, ਕਿਸਾਨਾਂ ਦੇ ਜਥੇ ਨੇ ਜਾਣਾ, ਉਸ ਨੂੰ ਲੈ ਕੇ ਕੀ ਕੁਝ ਤਿਆਰੀ ਹੈ, ਤੇ ਕੀ ਹੁਣ ਇਸ ਸੰਬੰਧੀ ਅਸੀਂ ਮੰਨ ਸਕਦੇ ਹਾਂ ਕਿ ਕੋਈ ਏਕਾ ਨਜ਼ਰ ਆ ਸਕਦਾ ਹੈ? ਕਿਉਂਕਿ ਅਕਸਰ ਕਿਹਾ ਜਾਂਦਾ ਏਕਤਾ 'ਚ ਬਲ ਹੈ, ਪਰ ਜੇਕਰ ਵੱਖਰੇ ਰਹੀਏ ਤਾਂ ਫਿਰ ਨੁਕਸਾਨ ਲਾਜ਼ਮੀ है। देखिए, एसकेएम नॉन पॉलिटिकल और केएमएम हमेशा एकता के हामी रहे हैं, एकता के पक्ष में रहे हैं। आंदोलन पिछले साल शुरू होने से पहले भी एकता के प्रयास किए गए, अब भी एकता के प्रयास किए जा रहे हैं, और अब भी 27 तारीख को मीटिंग रखी गई है। मुझे लगता है कि एकजुटता में ताकत होती है। एकता के लिए हमेशा व्यक्ति को प्रयास करने चाहिए, एकता से कभी पीछे नहीं हटना चाहिए। लेकिन मेरा निवेदन है, किसी भी व्यक्ति को, किसी भी साथी को किसी भ्रम में नहीं पड़ना चाहिए, और उस भ्रम के आधार पे गलत बयानबाजी नहीं करनी चाहिए, उससे एकता को नुकसान होता है। तो हमारा निवेदन है कि भाई सब लोग एकजुट हो, पूरे देश का किसान एकजुट हो, और एकजुट होकर मजबूती से लड़ाई लड़ी जाए और लड़ाई जीत तक लेके जाई जाए। क्योंकि
देश के किसानों की आत्महत्या को रोकने का एक ही तरीका है कि 100% एमएसपी पर खरीद का गारंटी कानून बने। और देखिए, कोई चांद तारे नहीं मांग रहे हम, क्या मांग रहे हैं हम? मिनिमम मांग रहे हैं, मिनिमम सपोर्ट प्राइस कम से कम मांग रहे हैं। तो कम से कम का तो अधिकार होना चाहिए ना। जिस किसान ने अपना खुद भूखा रह के पूरे देश का पेट भरने का काम किया, अगर उसको मिनिमम भी नहीं मिलेगा तो फिर तो चीजें ठीक तरीके से नहीं चल पाएंगी ना। और एक और मैं लास्ट में एक बात कहना चाहूंगा। देखिए, किसान के पास अगर किसान को फसलों की अच्छी कीमत मिलेगी, किसान के पास 2 पैसे ज्यादा आएंगे, तो उस चीज का किसान करेगा क्या? उस चीज से किसान की परचेजिंग पावर, उसकी क्रय शक्ति बढ़ेगी, तो मार्केट में कुछ चीजों को खरीदेगा जाके, फिर चीजों की डिमांड बढ़ेगी, प्रोडक्शन बढ़ेगा, तो ओवरऑल इकोनॉमी का फायदा होगा, खासकर ग्रामीण इकोनॉमी को फायदा होगा। तो एमएसपी गारंटी कानून के लिए सबको मिलजुल के एकजुट होकर लड़ाई लड़नी चाहिए। ठीक है ਰਾਏ ਸਾਹਿਬ, ਆਖਰੀ ਸਵਾਲ ਮੇਰਾ ਤੁਹਾਡੇ ਲਈ ਹੈ। ਹੁਣ 27 ਤਰੀਕ ਨੂੰ ਮੀਟਿੰਗ ਦੀ ਗੱਲ ਕਹੀ ਜਾ ਰਹੀ ਹੈ। ਇਸ ਮੀਟਿੰਗ ਦੇ ਵਿੱਚ ਕੀ ਏਜੰਡਾ ਹੁਣ ਰਹਿਣ ਵਾਲਾ ਹੈ? ਕਿਉਂਕਿ ਏਕਤਾ ਤਾਂ ਏਜੰਡਾ ਹੈ ਹੀ, ਪਰ ਨਾਲ ਹੀ ਜੋ ਮੈਨੂੰ ਲੱਗਦਾ ਕਨਫਿਊਜ਼ਨ ਕ੍ਰੀਏਟ ਹੋ ਰਹੀ ਹੈ ਇੱਕ, ਉਸ ਨੂੰ ਲੈ ਕੇ ਵੀ ਗੱਲਬਾਤ ਕਰਨੀ ਕਾਫੀ ਜ਼ਰੂਰੀ ਹੈ। ਬਿਲਕੁਲ 27 ਤਰੀਕ ਨੂੰ, ਕਿਉਂਕਿ ਅਸੀਂ ਇਹ ਪਹਿਲੀ ਜਿਹੜੀ ਮੀਟਿੰਗ 15 ਨੂੰ ਹੋਈ ਸੀ ਆਪਣੀ ਉੱਥੇ ਖਨੌਰੀ, ਉੱਥੇ ਮੀਟਿੰਗ ਜਦੋਂ ਹੋਈ ਹੈ ਤਾਂ ਉੱਥੇ ਅਸੀਂ ਇਹ ਗੱਲ ਕਲੀਅਰ ਕੀਤੀ ਸੀ। ਪਾਤੜਾ ਹੋਈ ਸੀ ਮੀਟਿੰਗ ਉਹ ਗੁਰਦੁਆਰਾ ਸਾਹਿਬ। ਉੱਥੇ ਕਿਹਾ ਸੀ ਵੀ ਇੱਕ ਦੂਜੇ ਦੇ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕਰਨੀ ਤੇ ਸਾਰਿਆਂ ਨੂੰ ਇੱਕ ਦੂਜੇ ਨੂੰ ਲਾਮਬੰਦ ਕੀਤਾ ਸੀ, ਔਰ ਸਾਰੇ ਲਾਮਬੰਦ ਰਹੇ ਵੀ ਆ। ਸੋ ਇਹ ਰਾਜੇਵਾਲ ਸਾਹਿਬ ਨੂੰ ਪਹਿਲਾਂ ਤਾਂ ਇਹ ਸਵਾਲ ਕਰਾਂਗੇ ਅਸੀਂ ਕਿ ਭਾਈ ਜਦੋਂ ਇਹ ਗੱਲ ਕਹਿ ਦਿੱਤੀ ਸੀ, ਤੁਹਾਨੂੰ ਫੋਨ ਕਰਕੇ ਸਾਨੂੰ ਪੁੱਛ ਲੈਣਾ ਚਾਹੀਦਾ ਵੀ ਕੋਈ ਇਦਾਂ ਦੀ ਤੁਸੀਂ ਬਿਆਨਬਾਜ਼ੀ ਕੀਤੀ ਹੈ, ਕੋਈ ਇਦਾਂ ਦੇ ਤੱਥ ਹੈ ਇਸ ਗੱਲ ਦੇ ਕਿ ਨਹੀਂ ਹੈ। ਫਿਰ ਇਹ ਆਪਣੇ ਆਪ ਹੀ ਕਿਉਂ ਤੁਸੀਂ ਬੋਲ ਰਹੇ ਹੋ? ਇਹ ਫਿਰ ਇਹਦਾ ਮਤਲਬ ਤੁਸੀਂ ਜਾਬਤਾ ਤੋੜ ਰਹੇ ਹੋ ਏਕਤਾ ਦਾ। ਇਹਦਾ ਮਤਲਬ ਅਸੀਂ ਏਕਤਾ ਚਾਹੁੰਦੇ ਆ, ਤੇ ਫਿਰ ਜੇ ਐਸਕੇਐਮ ਦਾ ਲੀਡਰ ਇੱਕ ਜਾਬਤਾ ਤੋੜ ਰਿਹਾ ਏਕਤਾ ਦਾ, ਸਟੇਜਾਂ ਤੋਂ ਬੋਲ ਰਿਹਾ ਆਗੂਆਂ ਦੇ ਖਿਲਾਫ ਤੇ ਮੋਰਚਿਆਂ ਦੇ ਖਿਲਾਫ, ਫਿਰ ਉਹ ਏਕਤਾ ਦੇ ਜਾਬਤੇ ਨੂੰ ਕਿਉਂ ਤੋੜ ਰਿਹਾ? ਪਹਿਲਾਂ ਤਾਂ ਇੱਥੋਂ ਗੱਲ ਸ਼ੁਰੂ ਕਰਾਂਗੇ। ਹੁਣ ਰਾਜੇਵਾਲ ਸਾਹਿਬ ਨੂੰ ਉਦੋਂ ਪਹਿਲਾਂ ਪੁੱਛਾਂਗੇ ਮੀਟਿੰਗ ਦੇ ਵਿੱਚ ਤੇ ਤੁਸੀਂ ਇਸ ਏਕਤਾ ਦੇ ਜਾਬਤੇ ਨੂੰ ਕਿਉਂ ਤੋੜ ਰਹੇ? ਕੀ ਭਾਵਨਾ ਤੁਹਾਡੀ ਏਕਤਾ ਦੀ ਹੈ ਨਹੀਂ ਜੀ? ਤੇ ਪਹਿਲਾਂ ਇਹ ਸਵਾਲ ਹੋਏਗਾ ਸਾਡਾ ਜੀ। ਠੀਕ ਹੈ ਰਾਏ ਸਾਹਿਬ, ਜੁੜਨ ਲਈ ਤੁਹਾਡਾ ਵੀ ਧੰਨਵਾਦ। ਕੁਹਾੜ ਸਾਹਿਬ, ਤੁਹਾਡਾ ਵੀ ਜੁੜਨ ਲਈ ਧੰਨਵਾਦ। ਦੋਵਾਂ ਆਗੂਆਂ ਨੇ ਬਾਖੂਬੀ ਆਪਣੀ ਗੱਲ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਵੀ ਹੈ ਕਿ ਆਖਰਕਾਰ ਏਕਤਾ ਨੂੰ ਲੈ ਕੇ ਇਸ ਤਰੀਕੇ ਦੇ ਬਿਆਨ ਦੇਣੇ ਕਿੰਨੇ ਕੁ ਸਹੀ ਨੇ। ਇੱਕ ਸਵਾਲ ਉੱਠਦਾ ਹੈ, ਜੇਕਰ ਕੋਈ ਗੱਲਬਾਤ ਹੈ ਤਾਂ ਫੋਨ ਦੇ ਜ਼ਰੀਏ ਹੱਲ ਕੀਤੀ ਜਾ ਸਕਦੀ ਸੀ। ਮਨਜੀਤ ਸਿੰਘ ਰਾਏ ਦੇ ਵੱਲੋਂ ਇਹ ਗੱਲ ਕਹੀ ਗਈ ਹੈ, ਕਿਉਂਕਿ ਭਾਵੇਂ ਗੱਲ ਕਰ ਲਈਏ ਰਾਜੇਵਾਲ ਦੀ, ਉਹਨਾਂ ਦੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਕੋਈ ਇਸ ਤਰੀਕੇ ਦੀ ਗੱਲ ਨਾ ਕੀਤੀ ਜਾਏ ਜਿਸ ਦੇ ਨਾਲ ਏਕਤਾ ਤੇ ਖਤਰਾ ਹੋਏ, ਪਰ ਬਾਅਦ ਦੇ ਵਿੱਚ ਖੁਦ ਹੀ ਇਸ ਤਰੀਕੇ ਦੇ ਬਿਆਨ ਦੇਣਾ ਸਵਾਲ ਖੜੇ ਕਰਦਾ ਹੈ।